ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਪਰਮ ਸਨਮਾਨਿਓ ਗੁਰੂ ਰੂ ਗੁਰੂ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਦੀ ਤੁੱਛ ਬੁੱਧੀ ਧੰਨ ਧੰਨ ਬਾਬਾ ਸ਼੍ਰੀ ਚੰਦ ਮਹਾਰਾਜ ਜੀ ਦੇ ਗੁਣਾਂ ਦਾ ਵਰਣਨ ਨਹੀਂ ਕਰ ਸਕਦੀ। ਉਹਨਾਂ ਦੀ ਲੀਲਾ ਦਾ ਪਾਰਾਵਾਰ ਪਾਉਣਾ ਬਹੁਤ ਹੀ ਮੁਸ਼ਕਲ ਹੈ। ਬਾਬਾ ਜੀ ਦੇ ਤਪ ਤਿਆਗ ਦੀ ਦੁਨੀਆ ਭਰ ਵਿੱਚ ਕਿਧਰੇ ਵੀ ਮਿਸਾਲ ਨਹੀਂ ਮਿਲ ਸਕਦੀ। ਆਪਣੇ ਪੂਜੇ ਪਿਤਾ ਜੀ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਹੁਕਮਾਂ ਅਨੁਸਾਰ ਬਾਬਾ ਜੀ ਨੇ ਚੌਹਾਂ ਦਿਸ਼ਾਵਾਂ ਵਿੱਚ ਫੇਰ ਫੇਰ ਕੇ ਉਦਾਸੀਨ ਭੇਖ ਦੇ ਝੰਡੇ ਝੁਲਾਏ ਹਨ ਤੇ ਨਾਮ ਬਾਣੀ ਦਾ ਪ੍ਰਚਾਰ ਕੀਤਾ। ਦੁਨੀਆ ਵਿੱਚ ਸਿੱਖਾਂ ਦੇ ਜਿੰਨੇ ਵੀ ਧਾਰਮਿਕ ਸਥਾਨ ਸਨ, ਉਹਨਾਂ ਦੀ ਸੰਭਾਲ ਬਾਬਾ ਸ਼੍ਰੀ ਚੰਦ ਜੀ ਦੇ ਚੇਲਿਆਂ ਨੇ ਹੀ ਕੀਤੀ ਹੈ। ਇੱਕ ਵਾਰ ਬਾਬਾ ਸ਼੍ਰੀ ਚੰਦ ਜੀ ਨੇ ਕਾਬਲ ਸ਼ਹਿਰ ਤੋਂ ਬਾਹਰ ਆਸਣ ਲਾਇਆ ਹੋਇਆ ਸੀ। ਧੂਣਾ ਮੱਘ ਰਿਹਾ ਸੀ। ਬਾਬਾ ਜੀ ਪ੍ਰਭੂ ਸਿਮਰਨ ਵਿੱਚ ਮਗਨ ਬੈਠੇ ਹੋਏ ਸਨ। ਉਸੇ ਹੀ ਸ਼ਹਿਰ ਦੇ ਅੰਦਰ ਇੱਕ ਲਛਮਣ ਦੱਤ ਨਾਮ ਦਾ ਬ੍ਰਾਹਮਣ ਵੀ ਰਹਿੰਦਾ ਸੀ, ਜੋ ਸ਼ਿਵ ਜੀ ਦਾ ਉਪਾਸ਼ਕ ਸੀ। ਇੱਥੇ ਦੇ ਬਾਦਸ਼ਾਹ ਬਾਬਰ ਦੇ ਪੁੱਤਰ ਕਾਮਰਾਨ ਦਾ ਰਾਜ ਸੀ। ਇਸ ਨੇ ਆਪਣੇ ਪੀਰ ਸ਼ਾਹ ਵਲੀ ਦੇ ਹੁਕਮ ਨਾਲ ਹਿੰਦੂਆਂ ਦਾ ਪੂਜਾ ਪਾਠ ਬੰਦ ਕਰਵਾ ਦਿੱਤਾ ਹੋਇਆ ਸੀ, ਪਰ ਇਹ ਲਛਮਣ ਦੱਤ ਆਪਣੇ ਘਰ ਹੀ ਪੂਜਾ ਪਾਠ ਪਰਦੇ ਦੇ ਨਾਲ ਹੀ ਕਰ ਲੈਂਦਾ ਸੀ। ਜਿਸ ਦਾ ਇੱਕੋ ਇੱਕ ਪੁੱਤਰ ਸੀ, ਜਿਸ ਦਾ ਨਾਮ ਰਾਮ ਰਤਨ ਰੱਖਿਆ ਹੋਇਆ ਸੀ। ਪਰ ਲਛਮਣ ਦੱਤ ਇੱਕ ਵਾਰ ਨਿੱਤ ਬਾਬਾ ਜੀ ਦੇ ਦਰਸ਼ਨ ਕਰਕੇ ਜਾਇਆ ਕਰਦਾ ਸੀ। ਇੱਕ ਵਾਰ ਬਾਬਾ ਜੀ ਦੇ ਪਾਸ ਬੈਠਾ ਸੀ। ਬਚਨ ਬਿਲਾਸ ਕਰਦਿਆਂ ਕੁਝ ਦੇਰ ਲੱਗ ਗਈ। ਮਗਰੋਂ ਅਚਾਨਕ ਹੀ ਰਾਮ ਰਤਨ ਨੇ ਘਰ ਵਿੱਚ ਸ਼ੰਖ ਵਜਾ ਦਿੱਤਾ। ਆਵਾਜ਼ ਬਾਹਰ ਗਈ। ਹਕੂਮਤ ਨੂੰ ਪਤਾ ਲੱਗ ਗਿਆ ਕਿ ਲਛਮਣ ਦੱਤ ਦੇ ਮੁੰਡੇ ਨੇ ਸ਼ੰਖ ਵਜਾਇਆ ਹੈ ਤੇ ਕਿਉਂ ਵਜਾਇਆ ਹੈ। ਇਸ ਲਈ ਹੁਕਮ ਦੀ ਉਲੰਘਣਾ ਹੁੰਦੀ ਜਾਣ ਕੇ ਉਸ ਦੇ ਪੁੱਤਰ ਰਾਮ ਰਤਨ ਨੂੰ ਆ ਕੇ ਉਹਨਾਂ ਨੇ ਗ੍ਰਿਫਤਾਰ ਕਰ ਲਿਆ। ਉਸ ਨੂੰ ਫੜ ਕੇ ਲੈ ਗਏ। ਜਦ ਬਾਦਸ਼ਾਹ ਦੇ ਜਾ ਕੇ ਪੇਸ਼ ਕੀਤਾ ਕਿ ਇਸ ਨੇ ਹੁਕਮ ਦੀ ਉਲੰਘਣਾ ਕੀਤੀ ਹੈ, ਸ਼ੰਖ ਵਜਾਇਆ ਹੈ, ਤਾਂ ਬਾਦਸ਼ਾਹ ਨੇ ਹੁਕਮ ਕਰ ਦਿੱਤਾ ਕਿ ਕੱਲ੍ਹ ਨੂੰ 12 ਵਜੇ ਇਸ ਨੂੰ ਕਤਲ ਕਰ ਦਿੱਤਾ ਜਾਵੇ। ਉਧਰ ਬਾਬਾ ਸ਼੍ਰੀ ਚੰਦ ਜੀ ਦੇ ਦਰਸ਼ਨ ਕਰਕੇ ਉਸ ਦਾ ਪਿਤਾ ਲਛਮਣ ਦੱਤ ਵੀ ਆ ਰਿਹਾ ਸੀ। ਰਸਤੇ ਵਿੱਚੋਂ ਹੀ ਕਿਸੇ ਨੇ ਦੱਸ ਦਿੱਤਾ ਕਿ ਤੇਰੇ ਪੁੱਤਰ ਰਾਮ ਰਤਨ ਨੂੰ ਸ਼ੰਖ ਪੂਰਨ ਦੇ ਦੋਸ਼ ਵਿੱਚ ਹਕੂਮਤ ਫੜ ਕੇ ਲੈ ਗਈ ਹੈ ਤੇ ਆਹ ਸਜ਼ਾ ਵੀ ਸੁਣਾ ਦਿੱਤੀ ਹੈ। ਸੁਣਦਿਆਂ ਸਾਰ ਹੀ ਉਸ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਇਸ ਹਾਲਤ ਵਿੱਚ ਵਿਆਕੁਲ ਹੋ ਗਿਆ ਤੇ ਮੁੜ ਪੁੱਠੇ ਪੈਰੀ ਜਾ ਕੇ ਬਾਬਾ ਜੀ ਦੇ ਕੋਲ ਪਹੁੰਚ ਗਿਆ ਤੇ ਉਸ ਦੀ ਧਾਰ ਨਿਕਲ ਗਈ ਤੇ ਵਿਆਕੁਲ ਹੋ ਕੇ ਬਾਬਾ ਜੀ ਦੇ ਕਦਮਾਂ ਤੇ ਡਿੱਗ ਪਿਆ। ਬਾਬਾ ਜੀ ਨੇ ਪੁੱਛਿਆ ਕਿ ਲਛਮਣ ਦੱਤ ਕੀ ਹੋਇਆ ਹੈ, ਦੱਸ ਖਾਂ। ਰੋਈ ਜਾ ਰਿਹਾ ਹੈ ਤੇ ਹਟਕੋਰੇ ਭਰੀ ਜਾ ਰਿਹਾ ਹੈ, ਤੇਰੇ ਤੋਂ ਦੱਸਿਆ ਵੀ ਨਹੀਂ ਜਾ ਰਿਹਾ। ਫਿਰ ਬਾਬਾ ਸ਼੍ਰੀ ਚੰਦ ਜੀ ਨੇ ਫੜ ਕੇ ਉਤਾਂਹ ਖੜਾ ਕੀਤਾ ਤੇ ਦਿਲਾਸਾ ਦੇ ਕੇ ਪੁੱਛਿਆ ਕਿ ਲਛਮਣ ਦੱਤ ਦੱਸ ਤਾਂ ਸਹੀ ਕੀ ਹੋਇਆ ਹੈ, ਕੁਝ ਸਾਨੂੰ ਵੀ ਪਤਾ ਚੱਲੇ, ਫਿਰ ਅਸੀਂ ਉਸ ਦਾ ਬੰਦੋਬਸਤ ਕਰੀਏ। ਫਿਰ ਹਾਏ ਹਾਏ ਕਰਦਾ ਰੌਲਾ ਪਾਉਣ ਲੱਗ ਗਿਆ। ਬਾਬਾ ਸ਼੍ਰੀ ਚੰਦ ਜੀ ਨੇ ਫਿਰ ਪੁੱਛਿਆ ਕਿ ਲਛਮਣ ਦੱਤ ਇਸ ਤਰ੍ਹਾਂ ਤੇਰੀ ਗੱਲ ਦਾ ਕੁਝ ਪਤਾ ਨਹੀਂ ਚੱਲ ਰਿਹਾ, ਕੁਝ ਤਾਂ ਦੱਸਣਾ ਪਵੇਗਾ, ਹੌਸਲਾ ਕਰਕੇ ਦੱਸ। ਫਿਰ ਲਛਮਣ ਦੱਤ ਨੇ ਰੋਂਦਿਆਂ ਰੋਂਦਿਆਂ ਹਟਕੋਰੇ ਭਰਦਿਆਂ ਦੱਸਿਆ, ਜੀ ਘਰ ਵਿੱਚ ਪੁੱਤਰ ਰਾਮ ਰਤਨ ਸ਼ੰਖ ਵਜਾ ਬੈਠਾ, ਹਕੂਮਤ ਫੜ ਕੇ ਲੈ ਗਈ ਤੇ ਬਾਦਸ਼ਾਹ ਨੇ ਕਤਲ ਕਰਨ ਦਾ ਹੁਕਮ ਕਰ ਦਿੱਤਾ ਹੈ। ਕੱਲ੍ਹ 12 ਵਜੇ ਮੇਰੇ ਜੀਵਨ ਸਹਾਰੇ ਪੁੱਤਰ ਨੂੰ ਜਲਾਦਾਂ ਨੇ ਕਤਲ ਕਰ ਦੇਣਾ ਹੈ। ਸੋ ਬਾਬਾ ਜੀ ਕਿਰਪਾ ਕਰੋ, ਮੇਰਾ ਪੁੱਤਰ ਰਾਮ ਰਤਨ ਕਿਸੇ ਪ੍ਰਕਾਰ ਬਚ ਜਾਏ। ਮੈਂ ਮਾਰਿਆ ਗਿਆ। ਇਸ ਤਰ੍ਹਾਂ ਕਰਦੇ ਹੋਏ ਬਾਬਾ ਜੀ ਦੇ ਕਦਮਾਂ ਤੇ ਗਾਸ਼ ਖਾ ਕੇ ਡਿੱਗ ਪਿਆ। ਭਾਈ ਕਮਲੀਆ ਜੀ ਨੇ ਵੀ ਉੱਠ ਕੇ ਪਿਆਰ ਨਾਲ ਦਿਲਾਸਾ ਦੇ ਕੇ ਆਖਿਆ, ਉੱਠ, ਕੁਝ ਨਹੀਂ ਹੁੰਦਾ ਤੇਰੇ ਪੁੱਤਰ ਨੂੰ। ਬਾਬਾ ਜੀ ਸਮਰੱਥ ਹਨ, ਤਕਦੀਰਾਂ ਬਦਲ ਸਕਦੇ ਹਨ, ਮੁਰਦੇ ਜ਼ਿੰਦਾ ਕਰ ਸਕਦੇ ਹਨ। ਉੱਠ, ਕੁਝ ਨਹੀਂ ਹੁੰਦਾ। ਜਦ ਬਾਲ ਬ੍ਰਹਮਚਾਰੀ ਜਤੀ ਯੋਗੀ ਰਾਜ ਨੇ ਐਦਾਂ ਵਿਲਕਦਿਆਂ ਵੇਖਿਆ ਤਾਂ ਬਾਬਾ ਜੀ ਮਿਹਰਾਂ ਵਿੱਚ ਆਏ ਤਾਂ ਇੱਕ ਚੁਟਕੀ ਧੂਣੇ ਦੀ ਰਾਖ ਦੀ ਦਿੱਤੀ ਕਿ ਇਹ ਲੈ ਜਾ, ਬੱਚੇ ਤੇ ਲਾ ਦਵੀਂ,
ਈਸ਼ਵਰ ਭਲਾ ਕਰੇਗਾ। ਲਛਮਣ ਦੱਤ ਨੇ ਰਾਖ ਦੀ ਚੁਟਕੀ ਫੜ ਲਈ ਅਤੇ ਬੇਨਤੀ ਕੀਤੀ ਕਿ ਮੇਰਾ ਪੁੱਤਰ ਰਾਮ ਰਤਨ ਕਿਸੇ ਡਰ ਵਿੱਚ ਆਣ ਕੇ ਮੁਸਲਮਾਨ ਨਾ ਹੋ ਜਾਵੇ ਤੇ ਮੇਰੇ ਖਾਨਦਾਨ ਹਿੰਦੂ ਧਰਮ ਨੂੰ ਧੱਕਾ ਨਾ ਲੱਗ ਜਾਵੇ। ਬਾਬਾ ਜੀ, ਮੈਨੂੰ ਵੱਡੀ ਚਿੰਤਾ ਤਾਂ ਇਹੀ ਹੈ, ਹੋਰ ਕੋਈ ਖਾਸ ਚਿੰਤਾ ਵੀ ਨਹੀਂ, ਬਸ ਸਾਡਾ ਹਿੰਦੂ ਧਰਮ ਰਹਿ ਜਾਵੇ। ਤਾਂ ਬਾਬਾ ਜੀ ਨੇ ਆਖਿਆ ਕਿ ਸਭ ਕੁਝ ਹੀ ਰਹੇਗਾ, ਚਿੰਤਾ ਛੱਡ ਤੇ ਜਾ ਕੇ ਰਾਖ ਵਿਭੂਤੀ ਵਰਤ ਲੈ, ਜਿਸ ਤਰ੍ਹਾਂ ਤੈਨੂੰ ਆਖਿਆ ਹੈ, ਘਬਰਾਉਣ ਵਾਲੀ ਕੋਈ ਗੱਲ ਨਹੀਂ। ਤਾਂ ਗੁਰੂ ਬਾਬਾ ਜੀ ਦੀ ਆਗਿਆ ਨਾਲ ਭੁੱਖਾ ਪਿਆਸਾ ਸਿੱਧਾ ਬਾਦਸ਼ਾਹ ਦੇ ਦਰਬਾਰ ਹਾਜ਼ਰ ਹੋ ਗਿਆ ਤੇ ਅਰਜ਼ ਕਰ ਦਿੱਤੀ ਕਿ ਜੀਵੇ ਬਾਦਸ਼ਾਹ, ਮੈਂ ਆਪਣੇ ਪੁੱਤਰ ਰਾਮ ਰਤਨ ਨੂੰ ਮਿਲਣਾ ਚਾਹੁੰਦਾ ਹਾਂ, ਇਸ ਕਰਕੇ ਮੈਨੂੰ ਮਿਲਾਇਆ ਜਾਵੇ। ਉਸ ਦੀ ਅਰਜ਼ ਮਨਜ਼ੂਰ ਕੀਤੀ ਗਈ ਕਿ ਜਾਓ, ਮਿਲ ਸਕਦੇ ਹੋ। ਫਿਰ ਲਛਮਣ ਦੱਤ ਨੇ ਮੱਥੇ ਤੇ ਪਿਆਰ ਦੇ ਬਹਾਨੇ ਬਾਬਾ ਜੀ ਦੇ ਧੂਣੇ ਦੀ ਵਿਭੂਤੀ ਲਾ ਦਿੱਤੀ। ਜਿਸ ਤਰ੍ਹਾਂ ਹੀ ਉਸਨੇ ਮੱਥੇ ਤੇ ਬਾਬਾ ਜੀ ਦੇ ਧੂਣੇ ਦੀ ਵਿਭੂਤੀ ਲਾਈ, ਪੁੱਤਰ ਰਾਮ ਰਤਨ ਦਾ ਹੌਸਲਾ ਵੱਧ ਗਿਆ, ਚਿਹਰੇ ਤੋਂ ਗਮੀ ਦਾ ਕਾਰਨ ਬਣਿਆ ਦੂਰ ਹੋ ਗਿਆ। ਫਿਰ ਲਛਮਣ ਦੱਤ ਨੇ ਆਸਤੇ ਨਾਲ ਆਖਿਆ ਕਿ ਵੇਖੀ ਪੁੱਤਰ, ਕਿਤੇ ਧਰਮ ਨਾ ਛੱਡ ਦੇਈਂ, ਆਪਣੇ ਧਰਮ ਨੂੰ ਬਚਾਉਣਾ ਹੈ, ਮਰ ਭਾਵੇਂ ਜਾਵੀਂ, ਧਰਮ ਨਾ ਛੱਡੀ। ਇਸ ਤਰ੍ਹਾਂ ਬਾਰ-ਬਾਰ ਕਹਿ ਕੇ ਆਪਣੇ ਪੁੱਤਰ ਨੂੰ ਪੱਕਾ ਕੀਤਾ। ਰਾਮ ਰਤਨ ਨੇ ਆਖਿਆ ਕਿ ਮੈਂ ਮਰ ਬੇਸ਼ੱਕ ਜਾਵਾਂਗਾ, ਪਰ ਧਰਮ ਨਹੀਂ ਛੱਡਾਂਗਾ। ਪਿਤਾ ਜੀ, ਚਿੰਤਾ ਨਾ ਕਰੋ, ਇਹ ਬਲ ਬਾਬਾ ਜੀ ਦੇ ਧੂਣੇ ਦੀ ਵਿਭੂਤੀ ਦਾ ਹੈ। ਰਾਮ ਰਤਨ ਨੂੰ ਮਿਲ ਕੇ ਉਸ ਦਾ ਪਿਤਾ ਲਛਮਣ ਦੱਤ ਘਰ ਆ ਗਿਆ। ਉਧਰ ਉਹ ਵੀ ਵਕਤ ਆ ਗਿਆ ਜਿਸ ਵਕਤ ਪੁੱਤਰ ਰਾਮ ਰਤਨ ਨੂੰ ਕਤਲ ਕਰਨਾ ਸੀ। ਜਦ ਕਤਲਗਾਹ ਵਿੱਚ ਲਿਆਂਦਾ ਗਿਆ ਤਾਂ ਦੋਨੋਂ ਅੱਖਾਂ ਤੇ ਪੱਟੀ ਬੰਨ੍ਹ ਦਿੱਤੀ ਗਈ। ਜਦ ਜੱਲਾਦ ਤੇਗ ਦਾ ਵਾਰ ਕਰਨ ਲੱਗਾ, ਤੇਗ ਉਲਰੀ ਹੀ ਸੀ ਤਾਂ ਤੇਗ ਵਾਲਾ ਬਾਜ਼ੂ ਉੱਪਰ ਹੀ ਵੱਜ ਗਿਆ। ਜੱਲਾਦ ਜਾਣੋ ਕਿ ਇੱਕ ਪੱਥਰ ਦਾ ਬੁੱਤ ਬਣ ਗਿਆ। ਬਸ ਹੁਣ ਸਾਰੇ ਹੁਕਮਰਾਨ ਸਿਪਾਹੀ ਵੀ ਬੁੱਤ ਹੀ ਬਣ ਗਏ। ਜਦ ਇਹ ਸਾਰੇ ਪੱਥਰ ਦੇ ਬੁੱਤ ਬਣ ਗਏ ਤਾਂ ਬਾਦਸ਼ਾਹ ਨੂੰ ਪਤਾ ਲੱਗ ਗਿਆ ਤੇ ਸੁਣ ਕੇ ਹੈਰਾਨ ਹੋ ਕੇ ਉਂਗਲਾਂ ਮੂੰਹ ਵਿੱਚ ਪਾ ਕੇ ਖੜ ਗਿਆ। ਸੋਚਾਂ ਵਿੱਚ ਪੈ ਗਿਆ ਕਿ ਇਹ ਕੀ ਹੋ ਗਿਆ। ਦੱਸਣ ਵਾਲੇ ਨੇ ਆਖਿਆ ਕਿ ਹੇ ਰਾਜਨ, ਚੱਲ ਕੇ ਵੇਖੋ ਕਿ ਕੀ ਹੋ ਗਿਆ ਹੈ। ਜਦੋਂ ਬਾਦਸ਼ਾਹ ਨੇ ਜਾ ਕੇ ਸਾਰੇ ਹੀ ਬੁੱਤ ਬਣੇ ਖੜੇ ਦੇਖੇ ਤਾਂ ਉਸ ਦੇ ਪੈਰ ਥੱਲਿਓਂ ਜ਼ਮੀਨ ਹਿੱਲ ਗਈ। ਬਾਦਸ਼ਾਹ ਨੂੰ ਕੁਲ ਅਕਬਰ ਨੇ ਦੱਸਿਆ ਕਿ ਜਿਹੜਾ ਹਿੰਦੂਆਂ ਦਾ ਜਗਤ ਗੁਰੂ ਜੰਗਲ ਵਿੱਚ ਧੂਣਾ ਤਾਪੀ ਬੈਠਾ ਹੈ, ਇਹ ਉਸੇ ਦਾ ਹੀ ਚਮਤਕਾਰ ਹੋਏਗਾ। ਹੋਰ ਸਾਡੇ ਤਾਂ ਮੁਸਲਮਾਨੀ ਪੀਰਾਂ ਵਿੱਚ ਐਡੀ ਕਲਾ ਦਾ ਮਾਲਕ ਕੋਈ ਨਹੀਂ ਜਾਪਦਾ ਤੇ ਨਾ ਹੀ ਕੋਈ ਵੇਖਿਆ ਹੀ ਹੈ। ਆਪ ਚੰਗੀ ਤਰ੍ਹਾਂ ਯਾਦ ਕਰ ਲਓ ਕਿ ਤੁਹਾਡੇ ਹੱਥੋਂ ਮਰੇ ਹੋਏ ਹਿਰਨ ਨੂੰ ਕੋਈ ਅਜੇ ਜ਼ਿਆਦਾ ਸਮਾਂ ਨਹੀਂ ਹੋਇਆ ਹੋਵੇਗਾ ਜਿਨ੍ਹਾਂ ਨੇ ਉਸ ਹਿਰਨ ਨੂੰ ਜ਼ਿੰਦਾ ਕਰ ਦਿੱਤਾ ਸੀ। ਸੋ ਤੁਸੀਂ ਉਸ ਨੂੰ ਧਿਆਨ ਵਿੱਚ ਯਾਦ ਕਰਕੇ ਭੁੱਲ ਦੀ ਮਾਫੀ ਮੰਗ ਲਓ ਤਾਂ ਉਹ ਬਖਸ਼ ਦੇਣਗੇ, ਅਤੇ ਇਸ ਬਾਲਕ ਨੂੰ ਛੱਡ ਦਿਓ ਤਾਂ ਬਖਸ਼ੇ ਜਾਓਗੇ। ਬਾਦਸ਼ਾਹ ਨੇ ਫੌਰਨ ਉਸ ਬਾਲ ਨੂੰ ਛੱਡ ਦਿੱਤਾ ਤੇ ਆਪਣੀ ਹੋਣੀ ਭੁੱਲ ਦੀ ਮੁਆਫੀ ਵੀ ਮੰਗੀ, ਤੇ ਮਾਫੀ ਮੰਗਦੇ ਸਾਰ ਹੀ ਸਾਰੇ ਦਰਬਾਰੀ ਤੇ ਵਜ਼ੀਰ ਅਤੇ ਉਹ ਕਾਤਲ ਜੱਲਾਦ ਉਹ ਸਾਰੇ ਠੀਕ ਠਾਕ ਹੋ ਗਏ। ਉੱਥੋਂ ਦੀ ਚੱਲ ਕੇ ਸਿੱਧੇ ਬਾਬਾ ਜੀ ਦੀ ਸ਼ਰਨ ਆ ਗਏ। ਸਭਨਾਂ ਨੇ ਆਪਣੇ ਹੱਥ ਕੰਨਾਂ ਨੂੰ ਲਾ ਕੇ ਮੁਆਫੀਆਂ ਮੰਗੀਆਂ। ਭਾਵੇਂ ਸਭ ਤੋਂ ਵੱਡਾ ਦੋਸ਼ੀ ਬਾਦਸ਼ਾਹ ਕਾਮਰਾਨ ਹੀ ਸੀ, ਜਿਸ ਨੇ ਐਵੇਂ ਹੀ ਆਪਣੇ ਪੀਰ ਦੇ ਆਖੇ ਲੱਗ ਕੇ ਬਿਨਾਂ ਵਜ੍ਹਾ ਤੋਂ ਹੀ ਹਿੰਦੂਆਂ 'ਤੇ ਐਸੀਆਂ ਸਖਤ ਪਾਬੰਦੀਆਂ ਲਾ ਰੱਖੀਆਂ ਸਨ, ਅਤੇ ਉਸ ਤੋਂ ਵੱਡਾ ਦੋਸ਼ੀ ਉਹ ਸ਼ਾਹ ਵਲੀ ਪੀਰ, ਜੋ ਪੀਰ ਹੋ ਕੇ ਵੀ ਦੂਈ ਅਮਾਇਤ ਵਿੱਚ ਫਸਿਆ ਹੋਇਆ ਸੀ, ਜਿਸ ਨੇ ਮੁਸਲਮਾਨਾਂ ਨੂੰ ਖੁੱਲ੍ਹ ਤੇ ਹਿੰਦੂਆਂ 'ਤੇ ਇਹ ਸਖਤ ਪਾਬੰਦੀ ਲਵਾ ਰੱਖੀ ਹੋਈ ਸੀ। ਐਸੇ ਪੀਰ ਨੂੰ ਤਰਕਾਰ ਨਹੀਂ ਤੇ ਹੋਰ ਕੀ ਕਹੀਏ। ਫਿਰ ਬਾਬਾ ਜੀ ਨੇ ਬਾਦਸ਼ਾਹ ਕਾਮਰਾਨ ਨੂੰ ਆਖਿਆ ਕਿ ਸਾਨੂੰ ਤੋਂ ਪਹਿਲਾਂ ਹੀ ਚੰਗੀ ਤਰ੍ਹਾਂ ਜਾਣਦਾ ਹੈ ਕਿ ਤੂੰ ਹਿਰਨ ਨੂੰ ਮਾਰਿਆ ਤੇ ਅਸੀਂ ਜ਼ਿੰਦਾ ਕੀਤਾ ਸੀ। ਤੈਨੂੰ ਕੋਈ ਸਾਡੀ ਭੁੱਲ ਨਹੀਂ ਹੈ। ਇਹ ਜ਼ੁਲਮ ਕਮਾਉਣੇ ਛੱਡ ਦੇ। ਅੱਗੇ ਖੁਦਾ ਦੀ ਦਰਗਾਹ ਹੈ, ਜਿੱਥੇ ਅੰਤ ਸਾਰਿਆਂ ਨੇ ਜਾਣਾ ਹੈ ਤੇ ਲੇਖਾ ਦੇਣਾ ਹੀ ਪਵੇਗਾ। ਸਦਾ ਇੱਥੇ ਤੂੰ ਬੈਠੇ ਨਹੀਂ ਰਹਿਣਾ, ਅੰਤ ਡਾਢੇ ਦੇ ਵੱਸ ਪੈਣਾ ਹੈ। ਬਾਬਾ ਜੀ ਦੇ ਬਚਨ ਸੁਣ ਕੇ ਬਾਦਸ਼ਾਹ ਕਾਮਰਾਨ ਨੇ ਆਪਣੇ ਕੰਨ ਪਕੜੇ ਤੇ ਆਪਣੇ ਨੱਕ ਨਾਲ ਲਕੀਰਾਂ ਕੱਢੀਆਂ। ਸਭਨਾਂ ਦੇ ਸਜਦੇ ਕੀਤੇ, ਆਪਣੀਆਂ ਆਪਣੀਆਂ ਗਲਤੀਆਂ ਦੀ ਭੁੱਲ ਬਖਸ਼ਾਈ ਤੇ ਵਾਪਸ ਪਰਤ ਆਏ। ਬਾਬਾ ਜੀ ਨੇ ਆਪਣੇ ਪਿਆਰੇ ਲਛਮਣ ਦੱਤ ਦੇ ਪੁੱਤਰ ਰਾਮ ਰਤਨ ਨੂੰ ਥਾਪਣਾ ਦਿੱਤੀ ਕਿ ਪੁੱਤਰ, ਤੂੰ ਸੂਰਮਾ ਬਹਾਦਰ ਨਿਕਲਿਆ ਹੈ,
ਜਿਸ ਨੇ ਆਪਣੇ ਹਿੰਦੂ ਧਰਮ ਨੂੰ ਰੱਖ ਲਿਆ ਹੈ ਤੇ ਹੁਕਮਰਾਨ ਦੇ ਡਰ ਦੀ ਪਰਵਾਹ ਵੀ ਨਹੀਂ ਕੀਤੀ। ਪੁੱਤਰ ਐਸੇ ਹੀ ਹੋਣੇ ਚਾਹੀਦੇ ਹਨ। ਥੋੜ੍ਹੀ ਹੀ ਦੇਰ ਬਾਅਦ ਉਹ ਭਿਆਨਕ ਵਕਤ ਆ ਰਿਹਾ ਹੈ ਕਿ ਘਰ ਘਰ ਵਿੱਚ ਧਰਮਸ਼ਾਲਾ ਬਣ ਜਾਣਗੀਆਂ ਤੇ ਪੂਜਾ ਸਿਮਰਨ ਹੋਣ ਲੱਗ ਪੈਣਗੇ। ਰਾਜੇ ਕਸਾਈ ਹੋ ਜਾਣਗੇ, ਖੂਨ ਖਰਾਬੇ ਹੋਣੇ ਸ਼ੁਰੂ ਹੋ ਜਾਣਗੇ, ਸਭ ਦੇ ਧਰਮ ਛੀਨ ਹੋ ਜਾਣਗੇ, ਅਨਿਆਈ ਵਰਤ ਜਾਏਗੀ, ਬੁਰਿਆਈ ਸ਼ੇਰ ਹੋ ਜਾਏਗੀ ਤੇ ਕੂੜ, ਝੂਠ, ਦਗੇ, ਧੋਖੇ, ਫਰੇਬ ਵੱਧ ਜਾਣਗੇ। ਭਾਈ ਭਾਈ ਦਾ ਵੈਰੀ ਹੋ ਜਾਏਗਾ, ਮਿੱਤਰ ਮਿੱਤਰ ਦਾ ਵੈਰੀ ਹੋ ਜਾਏਗਾ, ਚੁਗਲੀ ਨਿੰਦਿਆ ਹੋਣ ਲੱਗ ਜਾਏਗੀ, ਹਾਕਮ ਬੇਨਿਆਈ ਕਰਨ ਲੱਗ ਪੈਣਗੇ, ਗਰੀਬ ਮਾੜੇ ਦੀ ਕੋਈ ਬਾਤ ਨਹੀਂ ਪੁੱਛੇਗਾ, ਭਾਣੇ ਉਲਟ ਵਰਤ ਜਾਣਗੇ, ਕਹਿਰਾਂ ਦੀ ਅੱਗ ਭੜਕ ਉੱਠੇਗੀ, ਜਗਿਆਸੂ ਭਗਤ ਪ੍ਰੇਮੀ ਪਾਪ ਦੀ ਖੱਟੀ ਖਾਣਗੇ ਤੇ ਬੁੱਧ ਭ੍ਰਿਸ਼ਟ ਹੋ ਜਾਏਗੀ। ਅਰਦਾਸ, ਬੇਨਤੀ, ਪ੍ਰਾਰਥਨਾ ਪ੍ਰਭੂ ਦੇ ਦਰ ਘਰ ਵਿੱਚ ਕਬੂਲ ਨਹੀਂ ਹੋਵੇਗੀ। ਸਾਰੇ ਲੋਕੀ ਨਸ਼ੇ, ਕਬਾਬ ਦੇ ਆਹਾਰ ਕਰਨ ਲੱਗ ਜਾਣਗੇ। ਪ੍ਰਭੂ ਦੀ ਬੰਦਗੀ ਵਾਲੇ ਸ਼ਰਧਾਲੂ ਪ੍ਰੇਮੀ ਨਾਮ ਮਾਤਰ ਹੀ ਰਹਿ ਜਾਣਗੇ, ਭਾਵ ਕਿ ਸੈਂਕੜਿਆਂ ਤੋਂ ਇੱਕ, ਬਾਕੀ ਸਭ ਮਾਇਆ ਲੋਭ ਲਾਲਚ ਦੇ ਹੀ ਪ੍ਰੇਮੀ ਹੋਣਗੇ। ਨਾਮ ਦੇ ਪ੍ਰੇਮੀ ਕੀ ਹੋਣਾ ਹੈ? ਅਸਲ ਤਿਆਗੀ ਉਹੀ ਹੋਵੇਗਾ ਜਿਸ ਨੇ ਵਿਕਾਰਾਂ ਦਾ ਤਿਆਗ ਕੀਤਾ ਹੈ। ਜਿਹੜਾ ਵਿਕਾਰੀ ਮੋਹ ਮਮਤਾ ਵਿੱਚ ਫਸਿਆ ਹੈ, ਉਸਨੇ ਤਿਆਗ ਕਿਹੜੀ ਗੱਲ ਦਾ ਕੀਤਾ ਹੈ? ਕੋਈ ਵੀ ਨਹੀਂ ਕੀਤਾ। ਵਿਕਾਰਾਂ ਦੇ ਤਰੰਗ ਮਨ ਦੇ ਅੰਦਰ ਉੱਠ ਰਹੇ ਹਨ, ਉਹ ਵਿਕਾਰੀ ਹੈ, ਤਿਆਗੀ ਨਹੀਂ ਹੈ। ਸੋ ਐਸੇ ਉਪਦੇਸ਼ ਗ੍ਰਹਿਣ ਕਰਕੇ ਦੋਨੋਂ ਹੀ ਪਿਤਾ ਪੁੱਤਰ ਲਛਮਣ ਦੱਤ ਤੇ ਉਸ ਦਾ ਪੁੱਤਰ ਰਾਮ ਰਤਨ ਬਾਬਾ ਸ਼੍ਰੀ ਚੰਦ ਜੀ ਤੋਂ ਆਗਿਆ ਪਾ ਕੇ ਆਪਣੇ ਘਰ ਨੂੰ ਵਾਪਸ ਆ ਗਏ। ਉਹਨਾਂ ਨੇ ਬਾਬਾ ਜੀ ਦੇ ਉਪਕਾਰ ਦਾ ਲੱਖ ਲੱਖ ਵਾਰੀ ਧੰਨਵਾਦ ਕੀਤਾ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ। ਦਾਸ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।